ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਜੀ। ਗੱਲ ਕਰਨੀ ਵੈਸੇ ਤਾਂ ਨਵਜੋਤ ਸਿੰਘ ਸਿੱਧੂ ਤੋਂ ਬਣਦੀ ਹੈ ਕਿ ਰਾਤ ਭਰ ਕੀ ਚੱਲਦਾ ਰਿਹਾ, ਹੁਣ ਅੱਗੋਂ ਦੀਆਂ ਕੀ ਤਿਆਰੀਆਂ ਨੇ, ਕੀ ਗ੍ਰਿਫਤਾਰੀ ਦੇਣੀ ਹੈ ਜਾਂ ਅੱਗੇ ਅਪੀਲ ਪਾਣੀ ਹੈ। ਉਹਨਾਂ ਦੇ ਇੱਕ ਵਕੀਲ ਵਰਮਾ ਸਾਹਿਬ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਰਾਹ ਤਾਂ ਹੈ, ਪਰ ਹੁਣ ਨਵਜੋਤ ਸਿੱਧੂ ਕਿਹੜਾ ਰਾਹ ਅਪਣਾਉਂਦੇ ਨੇ ਇਹ ਤਾਂ ਸਮਾਂ ਦੱਸੇਗਾ। ਫਿਰ ਵੀ ਨਜ਼ਰਾਂ ਟਿਕੀਆਂ ਹੋਈਆਂ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇੱਕ ਪਾਸੇ ਕਾਂਗਰਸ ਇੱਕੋ ਦਿਨ ਜੋ ਦੋ ਝਟਕੇ ਲੱਗੇ ਤੇ ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਇੱਕ ਆਪਣੇ ਤੌਰ ਦੇ ਉੱਤੇ ਸੈਲਫ ਸਟਾਈਲਡ ਜਿਹੜੇ ਸਿਆਸਤਦਾਨ ਬਣ ਕੇ ਵਿਚਰਦੇ ਸੀ, ਤਾਂ ਇੱਕਦਮ ਖੜੋਤ ਜਿਹੜੀ ਉਹ ਨਜ਼ਰ ਆਉਂਦੀ ਹੈ ਸਿਆਸਤ ਦੇ ਵਿੱਚ। ਨਾਲੋਂ ਨਾਲ ਜਿਵੇਂ ਵਿਰੋਧੀ ਤੇ ਕੁਝ ਆਪਣੇ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਤੇ ਤਿੱਖੇ ਤਿੱਖੇ ਤੰਜ ਕੱਸ ਰਹੇ ਨੇ। ਜੀ ਸੁਖਵਿੰਦਰ ਜੀ, ਇਹਦੇ ਵਿੱਚ ਤੁਸੀਂ ਦੋ ਸਵਾਲਾਂ ਦੇ ਉੱਤੇ ਜਿਹੜੀ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾ ਸਵਾਲ ਹੈ ਕਿ ਕਾਂਗਰਸ ਦਾ ਕੀ ਬਣੇਗਾ, ਦੂਜਾ ਹੈ ਕਿ ਸਿੱਧੂ ਸਾਹਿਬ ਦਾ ਕੀ ਬਣੇਗਾ। ਮੈਨੂੰ ਲੱਗਦਾ ਕਿ ਪਹਿਲਾਂ ਆਪਾਂ ਗੱਲ ਆਪਣੀ ਸ਼ੁਰੂ ਕਰਦੇ ਹਾਂ ਕਿ ਕਾਂਗਰਸ ਦਾ ਭਵਿੱਖ ਕੀ ਨਜ਼ਰ ਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਤੌਰ ਤੇ 24 ਦੀਆਂ ਜਿਹੜੀਆਂ ਇਲੈਕਸ਼ਨਸ ਲੋਕ ਸਭਾ ਦੀਆਂ ਹੋਣੀਆਂ ਨੇ ਉਹਨਾਂ ਦੇ ਉੱਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਔਰ ਸਿਰਫ ਪੰਜਾਬ ਦੇ ਉੱਤੇ ਨਹੀਂ ਸਗੋਂ ਜਦੋਂ ਅਸੀਂ ਨੈਸ਼ਨਲ ਸਿਨੈਰੀਓ ਦੇਖਦੇ ਹਾਂ ਕਾਂਗਰਸ ਦਾ, ਤਾਂ ਮੈਨੂੰ ਲੱਗਦਾ ਕਿ ਕਾਫੀ ਵੱਡੀਆਂ ਦਿੱਕਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਹੋ ਸਕਦੀਆਂ ਨੇ। ਬੇਸ਼ੱਕ ਉਹਨਾਂ ਨੇ ਚਿੰਤਨ ਮਨਨ ਕੀਤਾ ਹੈ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ, ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਵੱਡੇ ਲੀਡਰ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਹੁਣ ਇਸ ਵੇਲੇ ਲੀਡਰਸ਼ਿਪ ਨੂੰ ਲੋੜ ਹੈ, ਔਰ ਉੱਥੇ ਵੀ ਇਹ ਗੱਲ ਉੱਠੀ ਸੀ ਕਿ ਬੂਥ ਲੈਵਲ ਤੇ ਕੰਮ ਕਰਨ ਵਾਲੇ ਲੀਡਰਾਂ ਦੀ ਲੋੜ ਹੈ, ਆਪਣੇ ਏਸੀ ਕਮਰਿਆਂ ਚੋਂ ਬਾਹਰ ਨਿਕਲ ਕੇ ਲੋਕਾਂ ਤੱਕ ਪਹੁੰਚ ਬਣਾਉਣ ਦੀ ਲੋੜ ਹੈ। ਉਸ ਤਰ੍ਹਾਂ ਦੀ ਲੀਡਰਸ਼ਿਪ ਇਸ ਵੇਲੇ ਕਾਂਗਰਸ ਦੇ ਵਿੱਚ ਨਜ਼ਰ ਨਹੀਂ ਆ ਰਹੀ। ਔਰ ਦੂਜੀ ਵੱਡੀ ਗੱਲ ਹੈ ਕਿ ਜਿਹੜੇ ਪੁਰਾਣੀ ਲੀਡਰਸ਼ਿਪ ਹੈ, ਚਾਹੇ G23 ਹੋਣ, ਚਾਹੇ ਜਾਖੜ ਸਾਹਿਬ ਵਰਗੇ ਬੰਦੇ ਹੋਣ, ਚਾਹੇ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਹੋਣ, ਜਿਹੜੇ ਕਹਿੰਦੇ ਸੀਗੇ ਕਿ ਸਾਡੇ ਕੋਲ ਇੱਕ ਮਾਡਲ ਹੈ ਪੰਜਾਬ ਦਾ, ਔਰ ਰਿਸਰਚ ਕਰਕੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਬਾਰ-ਬਾਰ ਨਵਜੋਤ ਸਿੰਘ ਸਿੱਧੂ ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਰਹੇ ਨੇ ਕਿ ਮੈਂ ਬੜੇ ਲੰਮੇ ਸਮੇਂ ਤੋਂ ਦੀ ਮਿਹਨਤ ਕਰਕੇ ਇੱਕ ਪੰਜਾਬ ਦਾ ਮਾਡਲ ਤਿਆਰ ਕੀਤਾ ਹੈ। ਔਰ ਉਸ ਮਾਡਲ ਦੀ ਲੋੜ ਵੀ ਕਿਸੇ ਵੇਲੇ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਹੈ, ਖਾਸ ਤੌਰ ਤੇ ਜਿਹੜੇ ਰਾਹੁਲ ਗਾਂਧੀ ਜੀ ਨੇ ਜਾਂ ਇਹਨਾਂ ਦੇ ਹਾਈ ਕਮਾਂਡ ਹੈ, ਉਹਨਾਂ ਨੇ ਕਦੇ ਵੀ ਇਦਾਂ ਦੇ ਮਾਡਲ ਦੀ ਨੂੰ ਅਹਿਮੀਅਤ ਨਹੀਂ ਦਿੱਤੀ। ਔਰ ਨਤੀਜਾ ਕੀ ਨਿਕਲਿਆ? ਨਤੀਜਾ ਆਪਾਂ ਸਾਰੇ ਜਾਣਦੇ ਹਾਂ ਕਿ ਚੰਨੀ ਸਾਹਿਬ ਨੂੰ ਇਹਨਾਂ ਨੇ ਅੱਗੇ ਲਗਾਇਆ ਔਰ ਉਹ ਆਈਡੀਆ ਫਲॉप ਹੋਇਆ। ਜਾਖੜ ਸਾਹਿਬ ਨੂੰ ਉਸ ਵੇਲੇ ਬੜਾ ਰੌਲਾ ਪਿਆ ਕਿ ਇੱਕ ਹਿੰਦੂ ਚਿਹਰਾ ਜਿਹੜਾ ਹੈਗਾ ਕਿਉਂ ਆਏਗਾ, ਕਿਉਂਕਿ ਆਪਸੀ ਜਿਹੜੀ ਖਿੱਚੋਤਾਣ ਹੈ ਕਾਂਗਰਸ ਦੀ, ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਹੈ, ਉਹ ਇਸ ਨੂੰ ਲੈ ਡੁੱਬੀ ਹੈ। ਔਰ ਦੂਜਾ ਵੱਡਾ ਕਾਰਨ ਹੈ ਅਨੁਸ਼ਾਸਨਹੀਨਤਾ ਦਾ, ਕਿ ਇਸ ਵੇਲੇ ਜੇਕਰ ਸਭ ਤੋਂ ਵੱਧ ਅਨੁਸ਼ਾਸਨਹੀਨ ਕੋਈ ਪਾਰਟੀ ਨਜ਼ਰ ਆ ਰਹੀ ਹੈ, ਚਾਹੇ ਪੰਜਾਬ ਦੇ ਵਿੱਚ ਚਾਹੇ ਬਾਕੀ ਸਟੇਟਾਂ ਦੇ ਵਿੱਚ, ਕਾਂਗਰਸ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਨੁਸ਼ਾਸਨਹੀਨ ਜਿਹੜੀ ਹੈਗੀ ਦਿਖਾਈ ਦੇ ਰਹੀ ਹੈ। ਹਰਿਆਣੇ ਦੇ ਵਿੱਚ ਤੁਸੀਂ ਦੇਖ ਲਓ, ਔਰ ਰਾਜਸਥਾਨ ਦੇ ਵਿੱਚ ਦੇਖ ਲਓ, ਛੱਤੀਸਗੜ੍ਹ ਦੇ ਵਿੱਚ ਦੇਖ ਲਓ, ਜਾਂ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਦੀ ਲੰਬਾ ਸਮਾਂ ਸੱਤਾ ਰਹੀ ਹੈ ਕਾਂਗਰਸ ਦੀ, ਬਾਕੀ ਸਟੇਟਾਂ ਦੇ ਵਿੱਚ ਉੱਥੇ ਅੱਜ ਉਹ ਖਿੰਡਰੀ ਹੋਈ ਨਜ਼ਰ ਆ ਰਹੀ ਹੈ। ਔਰ ਉਸ ਖਿੰਡਰੇਪਣ ਦੇ ਬਹੁਤ ਸਾਰੇ ਕਾਰਨ ਨੇ। ਉਹਨਾਂ ਦੇ ਵਿੱਚੋਂ ਇੱਕ ਵੱਡਾ ਕਾਰਨ ਵਿਚਾਰਧਾਰਾ ਦਾ ਵੀ ਹੈ, ਦੂਜਾ ਵੱਡਾ ਕਾਰਨ ਅਨੁਸ਼ਾਸਨਹੀਨਤਾ ਦਾ ਵੀ ਹੈ, ਤੀਜਾ ਵੱਡਾ ਕਾਰਨ ਲੋਕਾਂ ਤੋਂ ਟੁੱਟੇ ਹੋਣ ਦਾ ਵੀ ਹੈ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਆਪਣਾ ਜਥੇਬੰਦਕ ਢਾਂਚਾ ਹੈ, ਜਿੰਨੀ ਦੇਰ ਉਹ ਡਿਵੈਲਪ ਨਹੀਂ ਹੁੰਦਾ, ਖਾਸ ਤੌਰ ਤੇ ਜਦੋਂ ਅਸੀਂ ਬੀਜੇਪੀ ਦੇ ਨਾਲ ਜਦੋਂ ਅਸੀਂ ਟੱਕਰ ਨੂੰ ਦੇਖਦੇ ਹਾਂ 24 ਦੇ ਵਿੱਚ, ਤਾਂ ਮੈਨੂੰ ਨਹੀਂ ਲੱਗਦਾ ਕਿ 24 ਦੇ ਵਿੱਚ ਕਾਂਗਰਸ ਬੀਜੇਪੀ ਵਰਗੀ ਪਾਰਟੀ, ਜਿਹੜੀ ਕਿ ਜਥੇਬੰਦਕ ਢਾਂਚੇ ਦੇ ਵਿੱਚ ਸਭ ਤੋਂ ਮਜ਼ਬੂਤ ਪਾਰਟੀ ਹੈ ਇਸ ਵੇਲੇ ਹਿੰਦੁਸਤਾਨ ਦੀ ਹੈ, ਅਨੁਸ਼ਾਸਨਬੱਧਤਾ ਦੇ ਵਿੱਚ ਸਭ ਤੋਂ ਮਜ਼ਬੂਤ ਪਾਰਟੀ ਹੈ, ਵਿਚਾਰਧਾਰਾ ਉਹਨਾਂ ਦੀ ਬੇਸ਼ੱਕ ਆਪਣੀ ਵਿਚਾਰਧਾਰਾ ਹਿੰਦੂਤਵ ਦੀ, ਪਰ ਉਸ ਵਿਚਾਰਧਾਰਾ ਨੂੰ ਪਰਨਾਈ ਹੋਈ ਜਿਹੜੇ ਇਹਨਾਂ ਦੇ ਲੀਡਰਸ਼ਿਪ ਹੈ, ਉਸ ਨੂੰ ਜਦੋਂ ਅਸੀਂ ਉਹਦੀ ਟੱਕਰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ, ਤਾਂ ਕਿਤੇ ਵੀ ਨਜ਼ਰ ਜਿਹੜੇ ਹੈਗੇ ਆ ਦਿਖਾਈ ਨਹੀਂ ਦੇ ਰਹੀ ਕਾਂਗਰਸ। ਕੋਈ ਇਸ ਕਿਸਮ ਦੀ ਟੱਕਰ ਜਿਹੜੀ ਹੈਗੀ ਹੈ, ਸੰਭਾਵਨਾਵਾਂ ਇਹ ਨਹੀਂ ਲੱਗ ਰਹੀਆਂ ਕਿ ਜਿੰਨੀਆਂ ਹੁਣ ਸੀਟਾਂ ਆ ਰਹੀਆਂ ਨੇ ਕਿ ਉਸ ਤੋਂ ਵੱਧ ਸਕਦੀਆਂ ਨੇ, ਸਗੋਂ ਹੋਰ ਸੀਟਾਂ ਜਿਹੜੀਆਂ ਨੇ ਘਟ ਸਕਦੀਆਂ ਨੇ 24 ਦੇ ਵਿੱਚ। ਔਰ ਨਵਜੋਤ ਸਿੰਘ ਸਿੱਧੂ, ਜਦੋਂ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ, ਤਾਂ ਸਿੱਧੂ ਸਾਹਿਬ ਬੇਸ਼ੱਕ ਇੱਕ ਇਮਾਨਦਾਰ ਛਵੀ ਵਾਲੇ ਲੀਡਰ ਮੰਨੇ ਜਾਂਦੇ ਨੇ, ਪਰ ਉਹਨਾਂ ਦੀ ਦਿੱਕਤ ਇਹੀ ਰਹੀ ਕਿ ਉਹਨਾਂ ਦਾ ਮੁੱਲ
ਜਿਹੜਾ ਹੈਗਾ ਨਹੀਂ ਪਾਇਆ ਗਿਆ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਸ ਕਿਸਮ ਦੀ ਲੀਡਰਸ਼ਿਪ ਹੈ ਉਹਨਾਂ ਦੇ ਕੋਲ, ਕੁਆਲਿਟੀਜ਼ ਨੇ, ਉਹਨਾਂ ਨੂੰ ਇੱਕ ਨੈਸ਼ਨਲ ਲੈਵਲ ਦਾ ਲੀਡਰ ਦੇ ਤੌਰ ਤੇ ਉਭਾਰਨ ਦੀ ਲੋੜ ਸੀਗੀ ਕਾਂਗਰਸ ਨੂੰ, ਪਰ ਉਹ ਨੈਸ਼ਨਲ ਲੈਵਲ ਤੱਕ ਹੀ, ਉਹਨਾਂ ਨੂੰ ਸਟੇਟ ਲੈਵਲ ਦੇ ਵਿੱਚੋਂ ਵੀ ਉਹਨਾਂ ਨੂੰ ਮੰਨਫੀ ਕਰ ਦਿੱਤਾ ਗਿਆ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਲਈ ਬਹੁਤ ਇਹ ਅਗਲੇ ਜਿਹੜੇ ਨੇ ਦਿਨ ਨੇ, ਉਹ ਬਹੁਤ ਹੀ ਇੱਕ ਪਰੇਸ਼ਾਨੀਆਂ ਭਰੇ ਦਿਨ ਹੋ ਸਕਦੇ ਨੇ, ਟੈਨਸ਼ਨ ਭਰੇ ਦਿਨ ਹੋ ਸਕਦੇ ਨੇ। ਔਰ ਇਹਦੇ ਵਿੱਚੋਂ ਕਿਵੇਂ ਨਿਕਲੇਗਾ, ਜਿਵੇਂ ਹੁਣ ਤੁਸੀਂ ਦੱਸਿਆ ਹੈ ਕਿ ਕਾਨੂੰਨ ਆਪਣਾ ਕੰਮ ਕਰੇਗਾ, ਜੋ ਸੁਪਰੀਮ ਕੋਰਟ ਦੇ ਲਾਜ਼ ਨੇ, ਕਾਨੂੰਨ ਨੇ, ਉਹ ਆਪਣੇ ਮੁਤਾਬਕ ਚੱਲਣਗੇ। ਪਰ ਉਹਦੇ ਵਿੱਚ ਕੋਈ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਜੋ ਨਜ਼ਰ ਆ ਰਹੀ ਹੈ ਪੋਜੀਸ਼ਨ, ਉਹ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਲਈ ਕੋਈ ਬਹੁਤਾ ਚੰਗਾ ਸਮਾਂ, ਚੰਗਾ ਭਵਿੱਖ ਜਿਹੜਾ ਹੈਗਾ ਉਹ ਨਜ਼ਰ ਨਹੀਂ ਆ ਰਿਹਾ। ਸੁਖਵਿੰਦਰ ਜੀ ਜੀ ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਜਾਖੜ ਸਾਹਿਬ ਵੀ ਚਲੇ ਗਏ, ਨਵਜੋਤ ਸਿੱਧੂ ਅੰਦਰ ਜਾ ਰਹੇ ਨੇ ਤੇ ਕਾਂਗਰਸ ਦਾ ਪਤਨ ਜਿਹੜਾ ਉਹ ਹੋ ਚੁੱਕਿਆ ਹੁਣ ਪੰਜਾਬ ਦੇ ਵਿੱਚ। ਪਰ ਜਦੋਂ ਆਪਾਂ ਆਮ ਆਦਮੀ ਪਾਰਟੀ ਵੱਲ ਦੇਖਦੇ ਹਾਂ, ਵਿਰੋਧੀ ਧਿਰ ਦੇ ਵਜੋਂ ਜਿਹੜੀ ਉਹ ਮਤਲਬ ਕਿ ਕਾਂਗਰਸ ਹੀ ਅੱਗੇ ਸੀ, ਪਰ ਉਹਦੇ ਵਿੱਚ ਵੀ ਰਾਜਾ ਵੜਿੰਗੋ ਜਦੋਂ ਦੇ ਪ੍ਰਧਾਨ ਬਣੇ ਨੇ ਜਾਂ ਉਸ ਤੋਂ ਪਹਿਲਾਂ ਵੀ ਜੋ ਕੁਝ ਚੱਲ ਰਿਹਾ ਸੀ, ਪਾਰਟੀ ਜਿੱਤਣ ਤੋਂ ਜਿੰਨੀਆਂ ਸੀਟਾਂ ਆਈਆਂ ਉਹਦੇ ਨਾਲ ਵੀ ਕੋਈ ਇਹੋ ਜਿਹੀ ਗੱਲ ਬਣੀ ਨਹੀਂ ਕਿ ਪ੍ਰੈਸ਼ਰ ਕਿੱਦਾਂ ਬਣਾਇਆ ਜਾਏ। ਪਰ ਨਵਜੋਤ ਸਿੰਘ ਸਿੱਧੂ ਦਾ ਇੱਕ ਪ੍ਰੈਸ਼ਰ ਬਣ ਰਿਹਾ ਸੀ, ਉਹ ਆਪਣੇ ਤੌਰ ਦੇ ਉੱਤੇ ਵਿਚਰ ਰਹੇ ਸੀ, ਭਾਵੇਂ ਪਾਰਟੀ ਲਾਈਨ ਤੋਂ ਹਟ ਕੇ ਜਾਂ ਫਿਰ ਪਾਰਟੀ ਦੇ ਵਿੱਚ ਰਹਿ ਕੇ, ਉਹ ਜੋ ਜਿਵੇਂ ਉਹਨਾਂ ਨੂੰ ਚੰਗਾ ਲੱਗੇ ਉਵੇਂ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਹੁਣ ਉਸ ਤੋਂ ਬਾਅਦ, ਨਵਜੋਤ ਸਿੱਧੂ ਤੋਂ ਬਾਅਦ ਕਿਸ ਤਰ੍ਹਾਂ ਦੇਖਿਆ ਜਾਏ ਕਿ ਆਮ ਆਦਮੀ ਪਾਰਟੀ ਦੇ ਬੰਨੇ ਵੀ ਸੁੱਖ ਦਾ ਸਾਹ ਲਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹਰ ਵਾਰ ਮੁੱਦੇ ਉਭਾਰਦੇ ਸੀ ਤੇ ਉਹਨਾਂ ਤੋਂ ਥੋੜਾ ਖਹਿੜਾ ਛੁੱਟੇਗਾ ਤੇ ਹੁਣ ਫੋਕਸ ਜਿਹੜਾ ਆ ਉਹ ਅਗਲੀਆਂ ਚੋਣਾਂ ਦੇ ਉੱਤੇ, ਜਿਵੇਂ ਉਪ ਚੋਣ ਹੋਗੀ ਜਾਂ ਹੋਰ ਚੋਣਾਂ ਦੇ ਉੱਤੇ ਕੀਤਾ ਜਾਏਗਾ ਉਦੋਂ ਤੱਕ। ਜੀ ਸੁਖਵਿੰਦਰ ਜੀ, ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਦੌਰ ਦੇਖ ਰਹੇ ਹਾਂ ਔਰ ਇਹਦਾ ਕੀ ਬਣੇਗਾ, ਇਹਦਾ ਫਾਇਦਾ ਕਿਹੜੀ ਪਾਰਟੀ ਨੂੰ ਹੋਏਗਾ, ਕਿਹਨੂੰ ਨੁਕਸਾਨ ਹੋਏਗਾ, ਤਾਂ ਇਹ ਲਾਜ਼ਮੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡਾ ਨੁਕਸਾਨ ਤਾਂ ਨਵਜੋਤ ਸਿੰਘ ਸਿੱਧੂ ਦੇ ਆਪਣੇ ਕੈਰੀਅਰ ਦਾ ਹੈ। ਇਸ ਵੇਲੇ ਵੱਡਾ ਸਵਾਲੀਆ ਨਿਸ਼ਾਨ ਉਹਨਾਂ ਦੇ ਕੈਰੀਅਰ ਦੇ ਉੱਤੇ ਲੱਗਿਆ ਹੋਇਆ ਹੈ। ਦੂਜਾ ਵੱਡਾ ਨੁਕਸਾਨ ਮੈਨੂੰ ਲੱਗਦਾ ਹੈ ਕਿ ਕਾਂਗਰਸ ਦਾ ਆਪਣਾ ਹੈ, ਕਿਉਂਕਿ ਕਾਂਗਰਸ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਨੈਸ਼ਨਲ ਲੈਵਲ ਦੀ ਪਾਰਟੀਆਂ ਔਰ ਨੈਸ਼ਨਲ ਲੈਵਲ ਦੇ ਵਿੱਚ 24 ਦੀਆਂ ਜਦੋਂ ਇਲੈਕਸ਼ਨਾਂ ਦੀ ਤਿਆਰੀ ਕਰ ਰਹੀ ਹੈ ਔਰ ਬਹੁਤ ਲੰਮੇ ਚੌੜੇ ਸ਼ਿਵਰ ਉਹ ਕਰ ਰਹੀ ਹੈ, ਕੈਂਪ ਲਗਾ ਰਹੀ ਹੈ ਔਰ ਲੋਕਾਂ ਨੂੰ ਮਿਲ ਰਹੀ ਹੈ, ਤਾਂ ਇੱਥੋਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ, ਜਿਵੇਂ ਤੁਸੀਂ ਕਿਹਾ ਹੈ, ਪਾਰਟੀ ਨੂੰ ਵੀ ਪਏਗਾ ਔਰ ਪੰਜਾਬ ਦੀ ਪੋਲਿਟਿਕਸ ਨੂੰ ਵੀ ਪਏਗਾ। ਮੈਂ ਇਹ ਕਹਿਣਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਵਰਗੇ ਬੰਦਿਆਂ ਦੀ ਪੰਜਾਬ ਨੂੰ ਵੀ ਲੋੜ ਹੈ ਔਰ ਵਿਰੋਧੀ ਪਾਰਟੀ ਦੇ ਧਿਰ ਦੇ ਤੌਰ ਤੇ, ਵਿਰੋਧੀ ਧਿਰ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੀ ਲੋੜ ਸੀ। ਕਿਉਂਕਿ ਜੇਕਰ ਤੁਸੀਂ ਵਿਰੋਧੀ ਧਿਰ ਦੇ ਤੌਰ ਤੇ ਚੌਕੀਦਾਰ ਵਾਲਾ ਕੰਮ ਨਹੀਂ ਕਰੋਗੇ, ਔਰ ਉਹ ਕਰ ਰਹੇ ਸੀ ਬਹੁਤ ਵਧੀਆ ਤਰੀਕੇ ਨਾਲ, ਜਦੋਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਉਹ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਨੇ ਤਾਂ ਬਹੁਤ ਖੁਸ਼ ਸੀਗੇ। ਔਰ ਇਹਦਾ ਖੁਸ਼ੀ ਦਾ ਕਾਰਨ ਕੀ ਸੀਗਾ? ਖੁਸ਼ੀ ਦਾ ਕਾਰਨ ਇਹ ਸੀਗਾ ਕਿ ਜਿਹੜਾ ਉਹਨਾਂ ਨੇ ਪੰਜਾਬ ਦਾ ਮਾਡਲ ਬਣਾਇਆ ਸੀਗਾ, ਉਸ ਮਾਡਲ ਨੂੰ ਲਾਗੂ ਕਰਨ ਦੀ ਹਾਮੀ ਭਗਵੰਤ ਮਾਨ ਨੇ ਭਰੀ ਸੀਗੀ ਕਿ ਭਾਈ ਅਸੀਂ ਵੀ ਇਹੀ ਸੋਚਦੇ ਹਾਂ। ਆਮ ਆਦਮੀ ਪਾਰਟੀ ਵੀ ਜੋ ਤੁਸੀਂ ਜਿਨ੍ਹਾਂ ਲੀਹਾਂ ਤੇ ਤੁਸੀਂ ਸੋਚ ਰਹੇ ਹੋ, ਉਹਨਾਂ ਲੀਹਾਂ ਤੇ ਹੀ ਸੋਚ ਰਹੀ ਹੈ। ਸੋ ਇਹੀ ਕਾਰਨ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਸੀਗੀ ਮਿਲਣ ਤੋਂ ਬਾਅਦ, ਤੁਹਾਨੂੰ ਯਾਦ ਹੋਏਗਾ ਪ੍ਰੈਸ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਸੀਗਾ। ਸੋ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਿਆਣਾ ਲੀਡਰ ਜਿਹੜਾ ਹੈਗਾ ਉਹ ਫਿਲਹਾਲ ਅੱਖਾਂ ਤੋਂ ਪਰੋਖੇ ਹੋ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਜਿਹੜਾ ਕੈਰੀਅਰ ਬਿਲਕੁਲ ਹੀ ਖਤਮ ਹੋ ਜਾਏਗਾ। ਇਹਦੇ ਵਿੱਚੋਂ ਬਹੁਤ ਸਾਰੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ, ਜਿਵੇਂ ਤੁਸੀਂ ਕਿਹਾ ਹੈ ਕਿ ਉਹਨਾਂ ਦੇ ਵਕੀਲ ਹੋ ਸਕਦਾ ਹੈ ਕਿ ਦੁਬਾਰਾ ਪਟੀਸ਼ਨ ਪਾਈ ਜਾਵੇ ਔਰ ਉਸ ਪਟੀਸ਼ਨ ਦੇ ਉੱਤੇ ਦੁਬਾਰਾ ਸੁਣਵਾਈ ਕਰੇ ਸੁਪਰੀਮ ਕੋਰਟ, ਔਰ ਉਹਦੇ ਵਿੱਚੋਂ ਰਾਹਤ ਵੀ ਮਿਲ ਸਕਦੀ ਹੈ। ਐਸੀ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਕਾਫੀ ਕੋਸ਼ਿਸ਼ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਕੀਲ ਜਿਹੜੇ ਨੇ, ਉਹਨਾਂ ਦੀ ਪੂਰੀ ਟੀਮ ਹੈ ਜਿਹੜੀ ਉਹ ਕਰ ਰਹੀ ਹੈ ਔਰ ਉਮੀਦ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਇਸ ਚੀਜ਼ ਤੋਂ ਛੁਟਕਾਰਾ ਹੋ ਸਕਦਾ ਹੈ। ਪਰ ਫਿਲਹਾਲ ਉਹਨਾਂ ਨੂੰ ਜੇਲ੍ਹ ਜ਼ਰੂਰ ਜਾਣਾ ਪੈ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸੁਖਵਿੰਦਰ ਜੀ, ਭਗਵੰਤ ਮਾਨ ਨੂੰ ਮਿਲ ਕੇ ਤਾਰੀਫ ਤਾਂ ਕੀਤੀ, ਪਰ ਲੋਕ ਨਹੀਂ ਤਾਰੀਫ ਕਰਦੇ। ਜਿਹੜੇ ਧਰਨਿਆਂ ਤੇ ਬੈਠੇ ਨੇ, ਮੁਜ਼ਾਹਰਿਆਂ ਤੇ ਬੈਠੇ ਨੇ, ਜਿਹੜੇ ਪੇਪਰ ਦੇ ਕੇ ਪਾਸ ਵੀ ਹੋ ਗਏ ਤੇ ਤਾਂ ਵੀ ਉਹਨਾਂ ਦੀ ਨਿਯੁਕਤੀ ਨਹੀਂ, ਕੁਝ ਪੰਜਾਬ ਪੁਲਿਸ ਦੇ ਨੇ, ਕੁਝ ਪਟਵਾਰੀ ਨੇ, ਸਰਕਾਰ ਠੇਕੇ ਤੇ ਰੱਖੀ ਜਾ ਰਹੀ ਆ। ਇਹ ਚੱਲ ਕੀ ਰਿਹਾ ਸਰਕਾਰ ਦੇ ਵਿੱਚ? ਸੁਖਵਿੰਦਰ ਜੀ ਦੇਖੋ, ਹਜੇ ਮੇਰਾ ਖਿਆਲ ਹੈ ਕਿ 2 ਮਹੀਨੇ ਹੋਏ ਆ ਔਰ ਜਿਵੇਂ ਅਸੀਂ 2 ਮਹੀਨਿਆਂ ਦੀ ਕਾਰਜਸ਼ੈਲੀ ਜਾਣਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਤਾਂ ਇੱਥੋਂ ਅੰਦਾਜ਼ਾ ਤਾਂ ਆਪਾਂ ਇਹੀ ਲਾ ਸਕਦੇ ਹਾਂ ਪਿਛਲੇ ਦਿਨਾਂ ਦੇ ਵਿੱਚ, ਚਾਹੇ ਉਹ ਕਿਸਾਨਾਂ ਦਾ ਸੰਘਰਸ਼ ਹੋਵੇ ਜਾਂ ਕਿਸਾਨਾਂ ਨੂੰ ਲੈ ਕੇ ਵੱਡੀਆਂ ਮੰਗਾਂ
ਸਰਕਾਰ ਵੱਲੋਂ ਮੰਨੀਆਂ ਗਈਆਂ ਹੋਣ, ਜਾਂ ਇਸੇ ਤਰ੍ਹਾਂ ਹੋਰ ਜ਼ਮੀਨਾਂ ਨੂੰ ਲੈ ਕੇ ਵੱਡੀਆਂ ਜਿਹੜੀਆਂ ਨੇ ਤਬਦੀਲੀਆਂ ਕੀਤੀਆਂ ਗਈਆਂ ਹੋਣ, ਜਾਂ ਹੋਰ ਜਿਵੇਂ ਪੈਸਾ ਕਿਵੇਂ ਆਉਣਾ ਹੈ ਖਜ਼ਾਨੇ ਦੇ ਵਿੱਚ, ਖਜ਼ਾਨਾ ਕਿਵੇਂ ਭਰਨਾ ਹੈ, ਇਦਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਕਰਦੀ ਨਜ਼ਰ ਆ ਰਹੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ 2 ਮਹੀਨਿਆਂ ਦਾ ਸਮਾਂ ਕੁਝ ਵੀ ਨਹੀਂ ਹੁੰਦਾ। ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੀਆਂ ਸਰਕਾਰਾਂ ਤਾਂ ਮਤਲਬ ਹੋ ਸਕਦਾ ਹੈ ਕਿ ਆਖਰੀ 2 ਮਹੀਨੇ ਕੰਮ ਕੀਤਾ ਸੀਗਾ। ਚੰਨੀ ਸਾਹਿਬ ਦਾ ਵੇਲਾ ਯਾਦ ਕਰੋ ਕਿ ਜਦੋਂ ਚੰਨੀ ਸਾਹਿਬ ਪਿਛਲੇ ਜਦੋਂ ਉਹਨਾਂ ਨੂੰ 111 ਦਿਨ ਦਾ ਮੌਕਾ ਮਿਲਿਆ ਸੀਗਾ, ਤਾਂ ਉਹਦੇ ਵਿੱਚ ਹੀ ਉਹਨਾਂ ਨੇ ਐਲਾਨ ਕੀਤੇ ਸੀਗੇ। ਪਹਿਲਾਂ ਲਗਭਗ ਪੌਣੇ 5 ਸਾਲ ਕਾਂਗਰਸ ਦੀ ਸਰਕਾਰ ਕਿਤੇ ਨਜ਼ਰ ਨਹੀਂ ਸੀ ਆਉਂਦੀ, ਪਰ ਹੁਣ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਖੂਬਸੂਰਤੀ ਕਹਿ ਸਕਦੇ ਹਾਂ, ਜਾਂ ਉਹਨਾਂ ਦੀ ਮਹੱਤਤਾ ਇਸ ਲਈ ਹੈ ਕਿ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਭਗਵੰਤ ਮਾਨ ਹੋਰਾਂ ਦੀ ਰਹਿਨਮਾਈ ਦੇ ਵਿੱਚ ਕੰਮ ਸ਼ੁਰੂ ਕੀਤਾ, ਔਰ ਉਹ ਕੰਮ ਨਜ਼ਰ ਵੀ ਆ ਰਹੇ ਨੇ। ਹਾਂ, ਜਿਵੇਂ ਤੁਸੀਂ ਦੱਸਿਆ ਹੈ ਕਿ ਹੌਲੀ ਹੌਲੀ ਜਿਹੜੇ ਬੇਰੁਜ਼ਗਾਰ ਨੇ, ਬਹੁਤ ਵੱਡੀ ਗੱਲ ਆਪਾਂ ਸਾਰੇ ਜਾਣਦੇ ਹਾਂ ਕਿ ਭਗਵੰਤ ਮਾਨ ਹੋਰਾਂ ਨੇ ਪਹਿਲੀ ਇੰਟਰਵਿਊ ਦੇ ਵਿੱਚ ਪਹਿਲੀ ਗੱਲ ਇਹੀ ਕਹੀ ਸੀਗੀ, ਪਹਿਲੇ ਭਾਸ਼ਣ ਦੇ ਵਿੱਚ, ਕਿ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਪੰਜਾਬ ਦਾ ਬੇਰੁਜ਼ਗਾਰੀ ਹੈ। ਸੋ ਬੇਰੁਜ਼ਗਾਰੀ ਤਾਂ ਹੀ ਖਤਮ ਹੋਏਗੀ ਜੇ ਤੁਹਾਡਾ ਖਜ਼ਾਨਾ ਭਰਿਆ ਜਾਏਗਾ। ਖਜ਼ਾਨਾ ਤਾਂ ਹੀ ਭਰਿਆ ਜਾਏਗਾ ਜੇਕਰ ਇਹਦੀ ਖਜ਼ਾਨੇ ਦੀ ਲੀਕੇਜ ਬੰਦ ਹੋਏਗੀ, ਖਜ਼ਾਨੇ ਦੇ ਵਿੱਚ ਪੈਸਾ ਆਏਗਾ, ਔਰ ਉਹਦੇ ਲਈ ਵੱਖ-ਵੱਖ ਸਕੀਮਾਂ ਤੁਹਾਨੂੰ ਬਣਾਉਣੀਆਂ ਪੈਣਗੀਆਂ। ਸ਼ਰਾਬ ਦੇ ਬਾਰੇ ਨਵੀਂ ਪਾਲਿਸੀ ਲੈ ਕੇ ਆਉਣੀ ਪਏਗੀ, ਰੇਤਾ ਬਾਜਰੀ ਬਾਰੇ ਨਵੀਂ ਪਾਲਿਸੀ ਲਿਆਉਣੀ ਪਏਗੀ। ਇਸੇ ਤਰ੍ਹਾਂ ਹੋਰ ਜਿਹੜੇ ਬਾਕੀ ਚੀਜ਼ਾਂ ਨੇ ਜਿੱਥੋਂ ਪੈਸਾ ਆ ਸਕਦਾ ਹੈ, ਟੈਕਸ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ। ਤੇਲ ਔਰ ਡੀਜ਼ਲ ਨੂੰ ਕਿਵੇਂ ਕੰਟਰੋਲ ਕਰਨਾ ਹੈ, ਇਹਦੇ ਬਾਰੇ ਨਵੀਆਂ ਪਾਲਿਸੀਆਂ ਲੈ ਕੇ ਆਉਣੀਆਂ ਪੈਣਗੀਆਂ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਖਜ਼ਾਨਾ ਜਿਹੜਾ ਹੈਗਾ ਹੌਲੀ ਹੌਲੀ ਭਰਿਆ ਜਾਏਗਾ। ਪਰ ਜੇਕਰ ਤੁਹਾਡੇ ਕੋਲ ਨੀਤ ਸਾਫ਼ ਹੈ, ਜੇਕਰ ਨੀਤੀ ਤੁਹਾਡੇ ਕੋਲ ਹੈ, ਤਾਂ ਇਹ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਜੇ ਭਗਵੰਤ ਮਾਨ ਬਾਰ-ਬਾਰ ਇਹ ਗੱਲ ਕਹਿ ਨੇ ਕਿ ਸਾਡੀ ਨੀਤ ਸਾਫ਼ ਹੈ, ਨੀਤੀ ਸਾਡੇ ਕੋਲ ਹੈਗੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਆਮ ਲੋਕਾਂ ਨੂੰ ਵੀ ਸਮਾਂ ਜਿਹੜਾ ਹੈਗਾ ਘੱਟੋ ਘੱਟ 6 ਮਹੀਨੇ ਉਹਨਾਂ ਨੂੰ ਜ਼ਰੂਰ ਦੇਣੇ ਚਾਹੀਦੇ ਨੇ। ਸੁਖਵਿੰਦਰ ਜੀ, ਜਿਹੜੀ ਮੈਂ ਜਿਵੇਂ ਠੇਕੇ ਤੇ ਪਟਵਾਰੀਆਂ ਦੀ ਨਿਯੁਕਤੀ ਜਾਂ ਅੱਗੋਂ ਫਿਰ ਹੋਰ ਵੀ ਕਰੀ ਜਾਣਗੇ ਕਿ ਜੀ ਨਵਿਆਂ ਨੂੰ ਹਲੇ ਤਜਰਬਾ ਨਹੀਂ ਆਉਣਾ, ਫਿਰ ਨਵੇਂ ਰੱਖਣ ਦੇ ਵਿੱਚ ਹਰਜ਼ ਕੀ ਹੈ? ਜੇ ਨੀਤ ਦੇ ਵਿੱਚ ਫਰਕ ਨਹੀਂ ਤਾਂ ਫਿਰ ਜੇ 6 ਮਹੀਨੇ ਦੇਣੇ ਨੇ ਤਾਂ ਨਵਿਆਂ ਨੂੰ ਨਾਲ ਰੱਖ ਲੈਣ, ਪਤਾ ਲੱਗ ਜਾਏਗਾ 6 ਮਹੀਨਿਆਂ ਬਾਅਦ ਉਹਨਾਂ ਦਾ ਵੀ ਰਿਜ਼ਲਟ ਆ ਜਾਊਗਾ। ਜੀ ਦੇਖੋ, 26,000 ਪੋਸਟ ਜਿਵੇਂ ਆਮ ਆਦਮੀ ਪਾਰਟੀ ਗੱਲ ਕਰ ਰਹੀ ਹੈ ਕਿ ਅਸੀਂ 26,000 ਪੋਸਟ ਆਲਰੇਡੀ ਕੱਢ ਚੁੱਕੇ ਹਾਂ। ਸੋ ਇਸ ਕਰਕੇ ਉਮੀਦ ਹੈ ਕਿ 26,000 ਪੋਸਟ ਜਿਹੜੀ ਹੈਗੀ ਹੈ ਉਹ ਭਰੀ ਜਾਏਗੀ। ਹੁਣ ਇਹ ਤੁਸੀਂ ਪਟਵਾਰੀਆਂ ਦੀ ਗੱਲ ਕਰ ਰਹੇ ਹੋ ਸਕਦਾ ਹੈ ਕਿ ਪੁਰਾਣੀ ਸਰਕਾਰ ਵੱਲੋਂ ਕਿਵੇਂ ਰੱਖੇ ਗਏ, ਕਿਵੇਂ ਨਹੀਂ ਰੱਖੇ ਗਏ, ਇਹ ਪਿਛਲਾ ਉਹਨਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਪਟੀਸ਼ਨ ਜਾਂ ਜਿਹੜੀਆਂ ਰਿਟਾਂ ਨੇ ਉਦਾਂ ਵੀ ਪਈਆਂ ਹੋਈਆਂ ਨੇ। ਸੋ ਕਾਫੀ ਜਿਹੜੀਆਂ ਗੁੰਝਲਦਾਰ ਪੋਜੀਸ਼ਨ ਇਸ ਵੇਲੇ ਇਹਨਾਂ ਜਿਹੜੀਆਂ ਅਹੁਦਿਆਂ ਦੀ ਬਣੀ ਹੋਈ ਹੈ, ਇਹਨਾਂ ਜਿਹੜੀਆਂ ਪਦਵੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਜਾਂ ਜਿਹੜੇ ਬੰਦੇ ਰੱਖਣੇ ਨੇ, ਉਹਨਾਂ ਦੇ ਵਿੱਚ ਇਹ ਲਿਟੀਗੇਸ਼ਨ ਜਿਹੜੀ ਹੈਗੀ ਹੈ, ਇੱਕ ਦੂਜੇ ਦੇ ਉੱਤੇ ਕੇਸ ਕਰਨ ਦੀ ਜਿਹੜੀ ਗੱਲ ਹੈ ਉਹ ਬਹੁਤ ਜ਼ਿਆਦਾ ਹੈ। ਸੋ ਉਸ ਚੀਜ਼ ਨੂੰ ਸੁਲਝਾਉਣ ਦੇ ਲਈ ਮੈਨੂੰ ਲੱਗਦਾ ਹੈ ਕਿ ਫਿਲਹਾਲ ਉਹਨਾਂ ਨੇ ਸਮਾਂ ਮੰਗਿਆ ਹੈ। ਔਰ ਜੇਕਰ ਇਹ ਜਿਹੜੀਆਂ 26,000 ਪੋਸਟਾਂ ਨੇ ਜੇਕਰ ਇਹ ਭਰੀਆਂ ਜਾਂਦੀਆਂ ਨੇ ਤਾਂ ਇਹ ਵੀ ਮਸਲੇ ਜਿਹੜੇ ਨੇ ਤੁਹਾਡੇ ਜਿਹੜੇ ਤੁਸੀਂ ਦੱਸ ਰਹੇ ਹੋ ਬੇਰੁਜ਼ਗਾਰਾਂ ਦੇ, ਇਹ ਮਸਲੇ ਕਾਫੀ ਵੱਡੀ ਪੱਧਰ ਤੇ, ਮੈਂ ਨਹੀਂ ਕਹਿੰਦਾ ਕਿ ਸਾਰਾ ਪੰਜਾਬ ਹੀ ਨੌਕਰੀ ਤੇ ਲੱਗ ਜਾਏਗਾ, ਪਰ ਇਹ ਮਸਲਾ ਕਾਫੀ ਵੱਡੀ ਪੱਧਰ ਤੇ ਜਦੋਂ ਇਹ 26,000 ਪੋਸਟਾਂ ਭਰੀਆਂ ਗਈਆਂ, ਇਹ ਮਸਲੇ ਹੱਲ ਹੋ ਜਾਣਗੇ, ਜਲਦੀ ਹੋ ਜਾਣਗੇ। ਸੁਖਵਿੰਦਰ ਜੀ, ਡਾਕਟਰ ਸਾਹਿਬ, ਤੁਸੀਂ ਜਦੋਂ ਖਜ਼ਾਨਾ ਭਰਨ ਦੀ ਗੱਲ ਕਰਦੇ ਹੋ ਕਿ ਖਜ਼ਾਨਾ ਸਰਕਾਰ ਨੇ ਭਰਨਾ ਹੈ, ਨੀਤੀਆਂ ਲੈ ਕੇ ਆਉਣੀਆਂ, ਮਾਈਨਿੰਗ ਤੇ ਲਿਆਉਣੀ ਹੈ, ਸ਼ਰਾਬ ਤੇ ਲਿਆਉਣੀ ਹੈ, ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ, ਖਜ਼ਾਨਾ ਮੰਤਰੀ ਹਰਪਾਲ ਚੀਮਾ, ਤੇ ਖਾਸ ਗੱਲ ਇਹ ਕਿ ਰਾਜ ਸਭਾ ਮੈਂਬਰ ਜਿਹੜੇ ਰਾਘਵ ਚੱਡਾ ਨੇ, ਉਹਨਾਂ ਨੇ, ਇਹਨਾਂ ਤਿੰਨਾਂ ਨੇ ਰਲ ਕੇ ਮੀਟਿੰਗ ਕੀਤੀ ਆ। 8,000 ਕਰੋੜ ਰੁਪਇਆ ਕਹਿੰਦੇ ਸਾਲ ਦਾ ਜਮ੍ਹਾਂ ਕਰਨਾ। ਪਹਿਲਾ ਸਵਾਲ ਤਾਂ ਕਈਆਂ ਨੇ ਇਹਦੇ ਤੇ ਚੁੱਕਦੇ ਨੇ ਕਿ ਰਾਘਵ ਚੱਡਾ ਸਾਹਿਬ ਇਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਦੀ ਹਾਜ਼ਰੀ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ। ਕਹਿੰਦੇ ਡੇਰੇ ਵੀ ਚੰਡੀਗੜ੍ਹ ਉਹਨਾਂ ਦੇ ਪੱਕੇ ਲੱਗੇ ਹੋਏ ਨੇ, ਦਿੱਲੀ ਦੀਆਂ ਟੀਮਾਂ ਚੰਡੀਗੜ੍ਹ ਪੱਕੀਆਂ ਲੱਗੀਆਂ ਹੋਈਆਂ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸਿਰਫ ਇੱਕ ਪੈਨ ਹਿਲਾਉਣਾ ਜਾਣਦੇ ਨੇ, ਬਾਕੀ ਕੰਮ ਤਾਂ ਉਹਨਾਂ ਦੇ ਨੇ। ਦੇਖੋ, ਇਹ ਤਾਂ ਵਿਰੋਧੀ ਜਿਹੜੀਆਂ ਧਿਰਾਂ ਹੁੰਦੀਆਂ ਨੇ ਇਹ ਗੱਲਾਂ ਕਹਿੰਦੀਆਂ ਨੇ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਦਿੱਲੀ ਤੋਂ ਚੱਲਦੇ ਨੇ। ਇਹ ਦੋਸ਼ ਪ੍ਰਤੀਦੋਸ਼, ਇਹ ਪੋਲਿਟਿਕਸ ਦਾ ਹਿੱਸਾ ਹੈ। ਪਰ ਜਿੱਥੋਂ ਤੱਕ ਸ਼ਰਾਬ ਦੀ ਜਾਂ ਆਬਾਕਾਰੀ ਦੀ ਜਿਹੜੀ ਗੱਲ ਹੈ, ਟੈਕਸ ਨੂੰ ਵਸੂਲਣ ਦੀ ਗੱਲ ਹੈ, ਸ਼ਰਾਬ ਤੋਂ ਕਿਵੇਂ ਪੈਸਾ ਕਮਾਉਣਾ ਹੈ, ਇਹ ਮੈਨੂੰ ਲੱਗਦਾ ਕਿਉਂਕਿ ਤੁਸੀਂ ਦੱਸਿਆ ਹੈ ਕਿ ਜਿਵੇਂ ਰਾਘਵ ਚੱਡਾ ਜੀ, ਚੀਮਾ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ, ਇਹ ਤਿੰਨੇ ਮਿਲ ਕੇ ਜਦੋਂ ਕੋਈ ਮੀਟਿੰਗ ਕਰਦੇ ਨੇ ਤਾਂ ਰਾਘਵ ਚੱਡਾ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਬਾਹਰਲੇ ਬੰਦੇ ਨੇ, ਕਿਉਂਕਿ ਉਹ ਪੰਜਾਬ ਦੇ ਵਿੱਚੋਂ ਹੀ ਉਹਨਾਂ ਨੂੰ ਰਾਜ ਸਭਾ ਦੀ ਸੀਟ ਮਿਲੀ ਹੈ, ਔਰ ਪੰਜਾਬ ਦਾ ਕੋਟਾ ਹੈ, ਪੰਜਾਬ ਦੇ ਵਿੱਚ ਜਿੰਨੇ ਵੀ ਕੋਟੇ ਸੀ, ਇਸ ਕਰਕੇ
ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਬਾਹਰਲੇ ਬੰਦੇ ਆ ਕੇ ਕਿਉਂ ਇਹ ਦਖਲਅੰਦਾਜ਼ੀ ਕਰ ਰਹੇ ਨੇ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ, ਕਿਉਂਕਿ ਉਹਨਾਂ ਕੋਲੇ ਜੇ ਪਾਲਿਸੀ ਕੋਈ ਵੀ ਬੰਦਾ ਹੈ, ਕੋਈ ਨਵਾਂ ਆਈਡੀਆ ਦਿੰਦਾ ਹੈ ਪੰਜਾਬ ਨੂੰ ਬਚਾਉਣ ਦੇ ਲਈ, ਖਜ਼ਾਨਾ ਭਰਨ ਦੇ ਲਈ, ਤਾਂ ਉਹ ਆਈਡੀਆ ਲੈ ਲੈਣਾ ਚਾਹੀਦਾ। ਇਸ ਕਰਕੇ ਜੇਕਰ ਚੱਡਾ ਸਾਹਿਬ ਵਿੱਚ ਬੈਠਦੇ ਨੇ ਤਾਂ ਮੈਨੂੰ ਲੱਗਦਾ ਹੈ ਇਹਦੇ ਵਿੱਚ ਕੋਈ ਬਹੁਤਾ ਵੱਡਾ ਹਰਜ ਨਹੀਂ ਹੈ। ਔਰ ਜੇਕਰ ਆਬਾਕਾਰੀ ਬਾਰੇ ਕੋਈ ਨਵੀਂ ਨੀਤੀ ਬਣਦੀ ਹੈ ਤਾਂ ਇਹਦੇ ਨਾਲ ਪੰਜਾਬ ਦਾ ਭਲਾ ਹੋਏਗਾ। ਔਰ ਇਹੀ ਪੈਸਾ ਜੇਕਰ 8000 ਕਰੋੜ ਰੁਪਈਆ ਆਉਂਦਾ ਹੈ ਪੰਜਾਬ ਦੇ ਖਜ਼ਾਨੇ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਉਹ ਪੈਸਾ ਰੁਜ਼ਗਾਰ ਦੇਣ ਦੇ ਲਈ ਲੱਗ ਸਕਦਾ ਹੈ, ਪੰਜਾਬ ਦੇ ਭਲੇ ਦੇ ਲਈ, ਐਜੂਕੇਸ਼ਨ ਦੇ ਲਈ ਲੱਗ ਸਕਦਾ ਹੈ, ਹੈਲਥ ਦੇ ਲਈ ਲੱਗ ਸਕਦਾ ਹੈ। ਸੋ ਚੰਗੀ ਗੱਲ ਹੈ, ਇਦਾਂ ਦੀਆਂ ਪਾਲਿਸੀਆਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਸੁਖਵਿੰਦਰ ਜੀ। ਜਿੱਥੋਂ ਤੱਕ ਸਵਾਲ ਅਕਾਲੀ ਦਲ ਦਾ ਆ, ਮੀਟਿੰਗਾਂ ਚੱਲ ਰਹੀਆਂ ਉਹਨਾਂ ਦੀਆਂ, ਸ਼੍ਰੋਮਣੀ ਕਮੇਟੀ ਨੇ ਜਿਹੜੀ ਕਮੇਟੀ ਬਣਾਈ ਸੀ ਇੱਕ, ਕਿ 11 ਮੈਂਬਰੀ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਬੀਜੇਪੀ ਦੇ ਉੱਤੇ ਜਾਂ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਾਉਣ ਲਈ, ਜਿੱਥੇ ਜਿੱਥੇ ਸਿੱਖਾਂ ਨਾਲ ਰਿਲੇਟਡ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ, ਇਹਨੂੰ ਕਿੱਦਾਂ ਦੇਖਿਆ ਜਾਵੇ? ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਅਕਾਲੀ ਦਲ ਦਾ ਸੰਬੰਧ ਹੈ, ਅਕਾਲੀ ਦਲ ਨੇ ਮੋਹਰੀ ਭੂਮਿਕਾ ਪਿਛਲੇ ਦਿਨਾਂ ਦੇ ਵਿੱਚ ਨਿਭਾਉਣ ਦੀ ਕੋਸ਼ਿਸ਼ ਕੀਤੀ। ਆਪਾਂ ਸਾਰੇ ਜਾਣਦੇ ਹਾਂ ਕਿ ਵੱਖ-ਵੱਖ ਧਿਰਾਂ ਨੂੰ ਇਕੱਠਾ ਕੀਤਾ ਉਹਨਾਂ ਨੇ। ਪਰ ਇਸ ਵੇਲੇ ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕਾਂ ਦਾ ਜਿਹੜਾ ਭਰੋਸਾ ਹੈ ਅਕਾਲੀ ਦਲ ਦੇ ਉੱਤੇ, ਉਹ ਕਾਫੀ ਹੱਦ ਤੱਕ ਉਹ ਗਿਰਿਆ ਹੈ। ਭਰੋਸਾ ਕੋਈ ਉਸ ਕਿਸਮ ਦਾ ਪੈਦਾ ਨਹੀਂ ਹੋ ਰਿਹਾ ਕਿ ਅਕਾਲੀ ਦਲ ਕੋਈ ਮੀਟਿੰਗ ਬੁਲਾਵੇ ਜਾਂ ਕੋਈ ਉਹਨਾਂ ਨੇ ਵੱਖ-ਵੱਖ ਧਿਰਾਂ ਨੂੰ ਇਕੱਠੇ ਕਰਕੇ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਹੈਗੀ ਆ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕੀਤੀ। ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਰਿਹਾਈ ਦੇ ਬਾਰੇ ਉਹਨਾਂ ਨੇ ਪ੍ਰੈਸ਼ਰ ਬਣਾਉਣ ਦੀ, ਜਿਵੇਂ ਤੁਸੀਂ ਕਹਿ ਰਹੇ ਹੋ, ਕੋਸ਼ਿਸ਼ ਕੀਤੀ ਹੈ। ਪਰ ਲੋਕ ਇਹ ਸਵਾਲ ਪੁੱਛਦੇ ਆ ਸੁਖਿੰਦਰ ਜੀ ਕਿ ਜਦੋਂ ਇਹਨਾਂ ਦੀ ਆਪਣੀ ਸਰਕਾਰ ਸੀ, 10 ਸਾਲ ਸਰਕਾਰ ਰਹੀ ਹੈ, ਉਦੋਂ ਵੀ ਬੰਦੀ ਸਿੰਘ ਅੰਦਰ ਹੀ ਸੀਗੇ, ਆਪਾਂ ਸਾਰੇ ਜਾਣਦੇ ਹਾਂ। ਉਦੋਂ ਵੀ ਲਗਭਗ ਇਹੀ ਪੋਜੀਸ਼ਨ ਸੀਗੀ, ਉਦੋਂ ਵੀ ਉਹ ਆਪਣੀਆਂ ਸਾਰੀਆਂ ਜੇਲਾਂ ਕੱਟ ਕੇ ਜਿਹੜਾ ਕਿ ਵੱਧ ਸਮਾਂ ਗੁਜ਼ਾਰ ਰਹੇ ਸੀਗੇ ਆਪਣੇ ਤੋਂ। ਸੋ ਇਹ ਉਦੋਂ ਮਸਲੇ ਹੱਲ ਕਰਨ ਦੀ ਲੋੜ ਸੀ। ਅੱਜ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਆ ਗਏ, ਅੱਜ ਜਦੋਂ ਤੁਹਾਨੂੰ ਲੋਕਾਂ ਨੇ ਨਕਾਰਤਾ, 3 ਸੀਟਾਂ ਤੇ ਤੁਸੀਂ ਆ ਗਏ, ਤਾਂ ਅੱਜ ਤੁਸੀਂ ਇਹ ਮੁੱਦੇ ਉਠਾਉਣੇ ਹੋ। ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਵੱਖ-ਵੱਖ ਵਰਗ ਨੇ, ਉਹ ਬਹੁਤ ਕੌਨਸ਼ੀਅਸ ਹੋ ਚੁੱਕੇ ਨੇ, ਚੇਤਨ ਹੋ ਚੁੱਕੇ ਨੇ। ਸੋ ਇਸ ਕਰਕੇ ਇਦਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਜਾਂ ਇਦਾਂ ਦੇ ਪ੍ਰੋਗਰਾਮ ਨੇ ਅਕਾਲੀ ਦਲ ਦੇ, ਇਹਦਾ ਕੋਈ ਬਹੁਤਾ ਉਹਨਾਂ ਨੂੰ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੀਆਂ ਚੋਣਾਂ ਦੇ ਵਿੱਚ ਕੋਈ ਹੋਣ ਵਾਲਾ ਨਜ਼ਰ ਨਹੀਂ ਆ ਰਿਹਾ ਸੁਖਿੰਦਰ ਜੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਵੱਡੀਆਂ ਖਬਰਾਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।